ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ 'ਤੇ। ਟਰਾਂਸਪੋਰਟੀਆਂ ਦੇ ਪੋਤੇ ਦਾ ਜਨਮ ਦਿਨ ਸੀ। ਇੱਕ 30-32 ਸਾਲ ਦੀ ਔਰਤ ਸ਼ਾਮੀ ਆ ਕੇ ਸੱਦਾ ਦੇ ਕੇ ਗਈ। ਮੈਨੂੰ ਨਹੀਂ ਪਤਾ ਸੀ ਕੌਣ ਹੈ। ਹੱਸੂ ਕਰਦਾ ਚਿਹਰਾ, ਰੱਜ ਕੇ ਸੋਹਣੀ, ਜਿਵੇਂ ਕੋਈ ਅੰਬਰਾਂ ਤੋਂ ਪਰੀ ਉਤਰ ਕੇ ਆਈ ਹੋਵੇ। ਮੈਂ ਪਹਿਲੀ ਵਾਰ ਦੇਖਿਆ ਸੀ ਉਸਨੂੰ, ਤੇ ਉਸਦੇ ਪਾਏ ਲਿਬਾਸ ਤੋਂ ਲੱਗਿਆ ਕਿ ਕਿਸੇ ਚੰਗੇ ਖਾਨਦਾਨ ਤੋਂ ਹੈ। ਗੱਲਬਾਤ ਦੀ ਭਾਸ਼ਾ ਵਿਚਲੀ ਮਿਠਾਸ ਵੀ ਬਹੁਤ ਜ਼ਿਆਦਾ ਸੀ। ਮੈਂ ਉਸ ਤੋਂ ਉਸਦੇ ਬਾਰੇ ਪੁੱਛਦੀ ਰਹਿ ਗਈ। ਉਹ ਸਾਡੇ ਪਿੰਡ ਦੀ ਹੈ ਜਾਂ ਕਿਤੇ ਹੋਰ ਤੋਂ ਹੈ। ਪਿੰਡ ਵੱਡਾ ਹੋਣ ਕਰਕੇ ਸਾਰੇ ਪਿੰਡ ਦੀ ਪਹਿਚਾਣ ਵੀ ਨਹੀਂ ਸੀ। ਮੈਂ ਸੋਚਿਆ ਸ਼ਾਇਦ ਕਿਤੇ ਉਹ ਟਰਾਂਸਪੋਰਟੀਆਂ ਦੇ ਖਾਨਦਾਨ ਦੀ ਨੂੰਹ ਹੋਣੀ ਆ ਜਾਂ ਧੀ। ਮੈਨੂੰ ਪੜ੍ਹਾਈ ਕਾਰਨ ਪਿੰਡ ਛੱਡੇ ਨੂੰ ਵੀ 7 ਸਾਲ ਹੋ ਗਏ ਸਨ। ਸ਼ਾਇਦ ਮੇਰੇ ਦਿਮਾਗ ਵਿੱਚੋਂ ਨਿਕਲ ਗਿਆ ਕਿ ਉਸਦੇ ਬਾਰੇ ਖਿਆਲ, ਚੱਲ ਕੱਲ੍ਹ ਨੂੰ ਉਹਨਾਂ ਦੇ ਘਰ ਜਾਣਾ ਹੀ ਹੈ, ਫਿਰ ਆਪਣੇ ਆਪ ਪਤਾ ਲੱਗ ਜਾਊ ਕੌਣ ਹੈ। ਅਗਲੇ ਦਿਨ ਸਵੇਰੇ ਹੀ ਉਹ ਫੇਰ ਆ ਗਈ, ਕਹਿਣ ਲੱਗੀ ਅੱਜ ਟਰਾਂਸਪੋਰਟੀਆਂ ਦੇ ਘਰੇ ਸੁਖਮਨੀ ਸਾਹਿਬ ਦਾ ਪਾਠ ਵੀ ਹੈ, ਤੁਸੀਂ 10 ਵਜੇ ਤੱਕ ਪਹੁੰਚ ਜਾਣਾ। ਉਸਦੀ ਆਵਾਜ਼ ਸੁਣ ਕੇ ਮੈਨੂੰ ਅਜੀਬ ਜਿਹਾ ਲੱਗਿਆ। ਉਹ ਕਿਉਂ ਕਹਿ ਰਹੀ ਹੈ ਕਿ ਉਹ ਇਹ ਵੀ ਤਾਂ ਕਹਿ ਸਕਦੀ ਸੀ ਕਿ ਸਾਡੇ ਘਰੇ ਆਉਣਾ। ਆਪਣੀ ਹੀ ਉਲਝਣ ਵਿੱਚ ਮੈਂ ਫਸੀ ਤੇ ਮੈਂ ਮਾਂ ਦੇ ਨਾਲ ਉਹਨਾਂ ਦੇ ਘਰ ਜਾਣ ਦਾ ਫੈਸਲਾ ਲਿਆ। ਮੈਂ ਉਸ ਬਾਰੇ ਜਾਣਨਾ ਚਾਹੁੰਦੀ ਸੀ। ਉਹ ਔਰਤ ਕੌਣ ਹੈ? ਉਸ ਵੱਲ ਮੇਰਾ ਮਨ ਧੱਕੇ ਨਾਲ ਹੀ ਕੇਂਦਰਿਤ ਹੋ ਰਿਹਾ ਸੀ। ਜਦੋਂ ਅਰਦਾਸ ਤੋਂ ਬਾਅਦ ਲੰਗਰ ਦਾ ਕੰਮ ਸ਼ੁਰੂ ਹੋਇਆ ਤਾਂ ਸਾਰੇ ਕੰਮ ਖੁਸ਼ੀ ਕਰ ਰਹੀ ਸੀ, ਹਰੇਕ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਮਾਂ ਨੂੰ 2-3 ਵਾਰ ਪੁੱਛਦੀ ਰਹਿ ਗਈ ਕਿ ਉਸਦੇ ਬਾਰੇ। ਥੋੜੀ ਦੇਰ ਬਾਅਦ ਉਹ ਮੈਨੂੰ ਨਜ਼ਰ ਨਾ ਆਈ। ਮੈਂ ਚਾਰੇ ਪਾਸੇ ਨਿਗਾਹ ਘੁਮਾਈ ਪਰ ਕਿਤੇ ਦਿਖਾਈ ਨਾ ਦਿੱਤੀ। ਜਦੋਂ ਬਾਹਰ ਆ ਕੇ ਮੈਂ ਦੇਖਿਆ ਤਾਂ ਉਹ ਭਾਂਡੇ ਮਾਂਜ ਰਹੀ ਸੀ, ਕੱਲੀ ਲੱਗੀ ਹੋਈ ਸੀ। ਇੰਨੇ ਰਿਸ਼ਤੇਦਾਰ, ਪਿੰਡ ਦੇ ਲੋਕ ਆਏ ਸੀ। ਇੱਕ ਇਨਸਾਨ ਲਈ ਇੰਨਾ ਕੰਮ ਕਰਨਾ ਔਖਾ ਸੀ, ਪਰ ਉਹ ਕੱਲੀ ਲੱਗੀ ਹੋਈ ਸੀ। ਪਹਿਲਾਂ ਤਾਂ ਮੈਂ ਸੋਚਦੀ ਰਹੀ ਉਸ ਨੂੰ ਮਿਲਾਂ ਜਾ ਕੇ, ਉਸ ਤੋਂ ਪੁੱਛਾਂ ਉਹ ਕੌਣ ਹੈ। ਫਿਰ ਉਸੇ ਪਲ ਰੁਕ ਜਾਂਦੀ। ਐਵੇਂ ਪੁੱਛਣਾ ਅਜੀਬ ਜਿਹਾ ਲੱਗੇਗਾ, ਐਵੇਂ ਕਿਵੇਂ ਪੁੱਛਾਂ। ਫਿਰ ਵੀ ਮੈਂ ਉਸਦੇ ਕੋਲ ਪਹੁੰਚ ਗਈ। ਮੈਨੂੰ ਖੜੀ ਦੇਖ ਉਹ ਬੋਲੀ, ਦੀਦੀ ਜੀ ਤੁਹਾਨੂੰ ਕੁਝ ਚਾਹੀਦਾ? ਮੈਨੂੰ ਆਵਾਜ਼ ਦੇ ਦਿੰਦੀ, ਮੈਂ ਆ ਜਾਣਾ ਸੀ, ਤੁਸੀਂ ਕਿਉਂ ਖੇਚਲ ਕੀਤੀ? ਮੈਂ ਵੀ ਗੱਲ ਅੱਗੇ ਤੋਰਨ ਲਈ ਐਵੇਂ ਕਹਿ ਦਿੱਤਾ। ਮੈਂ ਕੀ ਕਹਿ ਕੇ ਆਵਾਜ਼ ਮਾਰਦੀ? ਮੈਨੂੰ ਤੁਹਾਡਾ ਨਾਮ ਵੀ ਨਹੀਂ ਪਤਾ, ਨਾਲੇ ਤੁਸੀਂ ਮੇਰੇ ਤੋਂ ਵੱਡੇ ਹੋ, ਮੈਨੂੰ ਦੀਦੀ ਨਾ ਕਹੋ। ਮੇਰੇ ਵੱਲੋਂ ਐਵੇਂ ਦੇਖਣ ਲੱਗੀ ਜਿਵੇਂ ਮੈਂ ਉਸ ਤੋਂ ਦੁਨੀਆ ਦਾ ਸਭ ਤੋਂ ਔਖਾ ਸਵਾਲ ਪੁੱਛ ਲਿਆ ਹੋਵੇ। ਮੈਂ ਦੁਬਾਰਾ ਫਿਰ ਉਸਦੇ ਨਾਮ ਪੁੱਛਿਆ। ਉਹ ਅੱਖਾਂ ਕਰਕੇ ਬੋਲੀ, ਦੀਦੀ ਤੁਸੀਂ ਮੇਰਾ ਨਾਮ ਪੁੱਛ ਰਹੇ ਹੋ? ਮੇਰਾ ਨਾਮ? ਮੈਂ ਥੋੜੀ ਜਿਹੀ ਮੁਸਕਾਨ ਨਾਲ ਉਸਨੂੰ ਪੁੱਛਿਆ। ਦੇਖ ਲਓ, ਮਰਜ਼ੀ ਹੈ ਜੀ, ਦੱਸਣਾ ਤਾਂ ਦੱਸ ਦਿਓ, ਮੈਂ ਤੁਹਾਨੂੰ ਜਾਣਦੀ ਨਹੀਂ, ਤੁਸੀਂ ਕੌਣ ਹੋ ਬਸ ਤਾਂ ਪੁੱਛ ਰਹੀ ਸੀ। ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ਤੇ ਬੋਲੀ, ਦੀਦੀ ਮੇਰਾ ਨਾਮ ਅੰਮ੍ਰਿਤਾ ਹੈ। ਅੰਮ੍ਰਿਤਾ? ਮੈਨੂੰ ਸਮਝ ਨਹੀਂ ਲੱਗੀ, ਸਿਰਫ ਨਾਮ ਪੁੱਛਣ ਤੇ ਹੀ ਉਹ ਭਾਵੁਕ ਕਿਉਂ ਹੋ ਗਈ। ਮੈਂ ਜੋ ਉਸ ਤੋਂ ਪੁੱਛਣ ਹੀ ਲੱਗੀ ਸੀ ਕਿ ਸਾਡੇ ਪਿੰਡ ਵਾਲਾ ਜਾਗਰ ਅਮਲੀ ਆ ਗਿਆ ਤੇ ਮੈਂ ਉਸ ਨੂੰ ਬਹੁਤ ਸਾਲ ਬਾਅਦ ਦੇਖਿਆ ਤੇ ਉਸਨੇ ਮੈਨੂੰ ਪਹਿਚਾਨ ਲਿਆ ਤੇ ਮੇਰੀ ਪੜ੍ਹਾਈ ਬਾਰੇ ਪੁੱਛਣ ਲੱਗ ਪਿਆ। ਫਿਰ ਅੰਮ੍ਰਿਤਾ ਆਪਣੇ ਕੰਮ ਲੱਗ ਗਈ। ਮੇਰੇ ਨਾਲ 2-4 ਗੱਲਾਂ ਬਾਤਾਂ ਤੋਂ ਬਾਅਦ ਜਾਗਰ ਅਮਲੀ ਨੇ ਅੰਮ੍ਰਿਤਾ ਨੂੰ ਮਾਂ ਦੀ ਗਾਲ ਕੱਢ ਕੇ ਘਰ ਦੀਆਂ ਚਾਬੀਆਂ ਮੰਗੀਆਂ। ਮੈਂ ਹੱਕੀ ਬੱਕੀ ਰਹਿ ਗਈ। ਮੇਰੇ ਨਾਲ ਇੰਨੇ ਪਿਆਰ ਨਾਲ ਗੱਲ ਕਰਨ ਵਾਲਾ ਉਸ ਨਾਲ ਕਿਵੇਂ ਗੱਲ ਕਰ ਰਿਹਾ ਹੈ? ਅੰਮ੍ਰਿਤਾ ਦੇ ਚਿਹਰੇ ਵੱਲ ਦੇਖ ਕੇ ਕਿਸੇ ਦਾ ਗੁੱਸਾ ਪਲਾਂ ਵਿੱਚ ਖਤਮ ਹੋ ਸਕਦਾ ਸੀ, ਪਰ ਉਸਦਾ ਵਿਵਹਾਰ ਦੇਖਿਆ ਲੱਗਿਆ ਜਿਵੇਂ ਇੱਕ ਪੱਥਰ ਕੱਚ ਨੂੰ ਤੋੜਨ ਦੀ ਜਿੱਦ ਕਰ ਰਿਹਾ ਹੋਵੇ। ਅੰਮ੍ਰਿਤਾ ਨੇ ਮਿੰਟ ਨਾ ਲਾਈ ਚਾਬੀਆਂ ਦੇਣ ਨੂੰ, ਜਿਵੇਂ ਉਹ ਚਾਬੀਆਂ ਦੇ ਕੇ ਬਸ ਉਸ ਤੋਂ ਦੂਰ ਹੋਣਾ ਚਾਹੁੰਦੀ ਸੀ। ਉਸ ਨੂੰ ਉਹ ਬਰਦਾਸ਼ਤ ਨਹੀਂ ਸੀ ਹੋ ਰਿਹਾ। ਜਾਗਰ ਚਾਬੀਆਂ ਲੈ ਕੇ ਪਲ ਭਰ ਵਿੱਚ ਹੀ ਚਲਾ ਗਿਆ। ਮੈਂ ਫੇਰ ਆ ਕੇ ਅੰਮ੍ਰਿਤਾ ਨੂੰ ਪੁੱਛਿਆ, ਇੱਕ ਗੱਲ ਮੈਂ ਪੁੱਛ ਸਕਦੀ ਹਾਂ ਜੇ ਇਜਾਜ਼ਤ ਹੋਵੇ? ਅੰਮ੍ਰਿਤਾ ਨੇ ਕਿਹਾ, ਹਾਂਜੀ ਦੀਦੀ ਪੁੱਛੋ। ਤੁਸੀਂ ਜਾਗਰ ਤਾਏ ਦੇ ਕੀ ਲੱਗਦੇ ਹੋ? ਉਹ ਤੁਹਾਡੇ ਨਾਲ ਐਵੇਂ ਦਾ ਵਿਵਹਾਰ ਕਿਉਂ ਕਰ ਰਹੇ ਸਨ? ਭਰੀਆਂ ਅੱਖਾਂ ਨਾਲ ਮੇਰੇ ਵੱਲ ਦੇਖਣ ਲੱਗੀ ਤੇ ਬੋਲੀ, ਇਹ ਮੇਰੇ ਬੱਚਿਆਂ ਦਾ ਪਿਤਾ ਹੈ। ਆਹ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਲੱਗੀ। ਕਿੱਥੇ ਜਾਗਰ 60 ਸਾਲ ਦਾ ਬੁੜਾ ਤੇ ਕਿੱਥੇ 30-32 ਸਾਲ ਦੀ ਅੰਮ੍ਰਿਤਾ। ਮੈਨੂੰ ਸਮਝ ਹੀ ਨਾ ਲੱਗੀ ਉਸ ਤੋਂ ਕਿਵੇਂ ਪੁੱਛਾਂ। ਉਸਦੇ ਵਰਗੀ ਸੋਹਣੀ ਕੁੜੀ ਨੂੰ ਤਾਂ ਬਹੁਤ ਵਧੀਆ ਮੁੰਡੇ ਮਿਲ ਜਾਣੇ ਸੀ, ਉਹ ਇੱਕ ਅਮਲੀ ਨਾਲ ਕਿਵੇਂ ਵਿਆਹੀ ਗਈ ਜੋ ਉਸ ਤੋਂ ਅੱਧ ਉਮਰ ਵੱਡਾ? ਜਾਗਰ ਕੋਲ ਜ਼ਮੀਨ ਦੇ 2 ਕਿੱਲੇ ਹੀ ਸਨ, ਕੋਈ ਜ਼ਿਆਦਾ ਸ਼ਾਹੂਕਾਰ
ਨਹੀਂ ਸੀ, ਫਿਰ ਕਿਸ ਲਾਲਚ ਨੇ ਇੰਨੀ ਸੋਹਣੀ ਕੁੜੀ ਉਸ ਨਾਲ ਅੰਮ੍ਰਿਤਾ ਬੰਨ੍ਹ ਮੈਨੂੰ ਦਿੱਤੀ। ਸੋਚ ਵਿੱਚ ਪਈ ਦੇਖ ਕੇ ਬੋਲੀ, ਦੀਦੀ ਜੀ ਕੀ ਸੋਚ ਰਹੇ ਹੋ? ਤੁਸੀਂ ਮਿੰਟੂ ਦੇ ਡੈਡੀ ਨੂੰ ਜਾਣਦੇ ਹੋ? ਮੈਨੂੰ ਨਹੀਂ, ਐਵੇਂ ਕਿਵੇਂ ਹੋ ਗਿਆ ਜੀ? ਹਾਂ ਵਿੱਚ ਜਵਾਬ ਦਿੰਦੀ ਨੇ, ਜਾਗਰ ਤਾਏ ਨੂੰ ਜਾਣਦੀ ਆ, ਸਕੂਲ ਤੋਂ ਜਾਂਦੇ ਵਕਤ ਉਹਨਾਂ ਦੇ ਘਰ ਅੱਗੋਂ ਲੰਘ ਕੇ ਜਾਂਦੇ ਸੀ। ਉਹ ਕਦੇ ਕਦਾਈ ਲੰਘਦਾ ਵੜਦਾ ਸਾਡੇ ਘਰੇ ਵੀ ਆਉਂਦਾ ਸੀ। ਜਦੋਂ ਮੈਂ ਸਕੂਲ ਬਦਲ ਲਿਆ ਫਿਰ ਇੱਕ ਦੋ ਵਾਰੀ ਗੇੜਾ ਵੱਜਿਆ ਉਹਨਾਂ ਦੇ ਘਰ ਵੱਲ। ਸਕੂਲ ਵਿੱਚ ਪੜ੍ਹਦੇ ਸਮੇਂ ਪਤਾ ਲੱਗਿਆ ਕਿ ਉਹਨਾਂ ਦਾ ਵਿਆਹ ਹੋ ਗਿਆ, ਫਿਰ ਕਦੇ ਉੱਧਰ ਗਏ ਨਹੀਂ। ਤਾਏ ਨੇ ਤਾਂ ਬਹੁਤ ਵਾਰੀ ਕਿਹਾ, ਮੈਂ ਤੁਹਾਡੀ ਤਾਈ ਲੈ ਕੇ ਆਇਆ ਹਾਂ, ਕਦੇ ਪੁੱਤ ਘਰੇ ਆ ਜਾਵੀਂ। ਉਸ ਸਮੇਂ ਤਾਂ ਮੈਂ 9ਵੀਂ ਵਿੱਚ ਪੜ੍ਹਦੀ ਸੀ, ਮੇਰੀ ਉਮਰ 13-14 ਸਾਲ ਦੀ ਸੀ। ਹੁਣ ਤਾਂ 27 ਸਾਲ ਹੋ ਗਈ, ਮੈਨੂੰ ਪਤਾ ਹੀ ਨਹੀਂ ਲੱਗਿਆ। ਤੁਸੀਂ ਹੋ ਨਵੀਂ ਤਾਈ ਜੀ? ਮੈਨੂੰ ਮਾਫ਼ ਕਰਨਾ, ਮੈਨੂੰ ਪਤਾ ਨਹੀਂ ਸੀ। ਅੰਮ੍ਰਿਤਾ ਹੁਣ ਤੈਨੂੰ ਤਾਈ ਜੀ ਕਹਾਂ ਜਾਂ ਅੰਮ੍ਰਿਤਾ ਹੀ ਕਹਾਂ ਜੀ? ਮੇਰੇ ਵੱਲ ਦੇਖ ਕੇ ਬੋਲੀ, ਦੀਦੀ ਤੁਸੀਂ ਅੰਮ੍ਰਿਤਾ ਹੀ ਕਹੋ। ਮੈਨੂੰ 15 ਸਾਲ ਬਾਅਦ ਕਿਸੇ ਨੇ ਮੇਰੇ ਨਾਮ ਤੋਂ ਪੁਕਾਰਿਆ ਹੈ। ਮੈਨੂੰ ਲੱਗਿਆ ਜਿਵੇਂ ਮੈਂ ਅੱਜ ਜਿਉਂਦੀ ਹੋਈ ਹਾਂ। ਅੰਮ੍ਰਿਤਾ ਨੂੰ ਮਰੀ ਨੂੰ 15 ਸਾਲ ਹੋ ਗਏ ਸੀ। ਐਵੇਂ ਕਿਉਂ? ਤੇਰੇ ਨਾਲ ਉਮਰ ਵਿੱਚ ਵੀ ਵੱਡਾ, ਸਾਰਾ ਪਿੰਡ ਜਾਣਦਾ ਉਸਨੂੰ, ਕਿੰਨਾ ਅਮਲੀ ਹੈ। ਤੇਰੇ ਮਾਪਿਆਂ ਨੇ ਜਮਾਂ ਨਹੀਂ ਸੋਚਿਆ ਰਿਸ਼ਤਾ ਕਰਨ ਵੇਲੇ? ਤੇਰੇ ਲਈ ਤਾਂ ਇੰਨੇ ਚੰਗੇ ਘਰਾਂ ਦੇ ਰਿਸ਼ਤੇ ਆਉਂਦੇ, ਤੂੰ ਹੀ ਵਿਆਹ ਤੋਂ ਜਵਾਬ ਦੇ ਦੇਣਾ ਸੀ। ਤੂੰ ਤਾਏ ਨਾਲ ਵਿਆਹ ਕਰਵਾ ਕੇ ਜ਼ਿੰਦਗੀ ਬਰਬਾਦ ਕਰ ਲਈ। ਤੇਰੇ ਮਾਪਿਆਂ ਨੂੰ ਤਰਸ ਨਾ ਆਇਆ ਤੇਰੇ ਤੇ? ਅੰਮ੍ਰਿਤਾ ਮੇਰੀ ਗੱਲ ਸੁਣ ਕੇ ਬੋਲੀ, ਜੇ ਮੇਰੇ ਹੁੰਦੇ ਤਾਂ ਮੇਰੀ ਗੱਲ ਕਰਦੇ। ਮੈਂ ਤਾਂ 10ਵੀਂ ਦੇ ਪੇਪਰ ਦੇਣੇ ਸੀ ਜਦ ਮੇਰੇ ਬਾਪੂ ਦੁਨੀਆ ਤੋਂ ਤੁਰ ਗਿਆ। ਮਾਂ ਤਾਂ ਮੈਨੂੰ 2 ਮਹੀਨੇ ਦੀ ਨੂੰ ਹੀ ਛੱਡ ਕੇ ਤੁਰ ਗਈ। ਬਾਪੂ ਨੇ ਦੂਜਾ ਵਿਆਹ ਕਰਾ ਲਿਆ। ਫਿਰ ਨਵੀਂ ਮਾਂ ਨੇ ਮੈਨੂੰ ਆਪਣੀ ਧੀ ਨਹੀਂ ਸਮਝਿਆ। ਉਸਦੇ 2 ਪੁੱਤਰ ਨੇ। ਬਾਪੂ ਨੂੰ ਗਏ ਨੂੰ ਅਜੇ 1 ਮਹੀਨਾ ਹੀ ਹੋਇਆ ਸੀ। ਮੈਨੂੰ ਨਵੀਂ ਮਾਂ ਨੇ 50,000 ਰੁਪਏ ਵਿੱਚ ਤੇਰੇ ਤਾਏ ਨੂੰ ਵੇਚਤਾ। ਬਸ ਉਸ ਦਿਨ ਤੋਂ ਕੱਟੀ ਜਾਂਦੀ ਆ ਆਪਣੇ ਦੁੱਖ ਸੁੱਖ। ਪਰ ਅੰਮ੍ਰਿਤਾ ਤਾਇਆ ਤਾਂ ਅਮਲੀ ਹੈ। ਘਰ ਦਾ ਖਰਚਾ ਕਿਵੇਂ ਚੱਲਦਾ ਹੈ ਤੇ ਬੱਚੇ ਕਿੰਨੇ ਨੇ? ਅੰਮ੍ਰਿਤਾ ਖਰਚ ਕਿਵੇਂ ਚੱਲਣਾ ਦੀਦੀ? ਜ਼ਮੀਨ ਤੇ ਨਸ਼ੇ ਨੇ ਖਾ ਲਈ। ਸਾਰੇ ਪਿੰਡ ਵਿੱਚ ਕੰਮ ਕਰਦੀਆਂ, ਕਿਸੇ ਦਾ ਦੁੱਖ ਹੋਵੇ ਕਿਸੇ ਦਾ ਸੁੱਖ ਹੋਵੇ, ਰੋਟੀ ਮਿਲਦੀ ਹੈ ਤੇ ਪੈਸਾ ਟਕਾ ਕੇ ਵੀ ਕਮਾ ਲੈਂਦੀਆਂ। ਕੰਮ ਕਰਕੇ ਜਵਾਕ ਪਾਲਦੀਆਂ। ਵੱਡਾ ਮੁੰਡਾ 13 ਸਾਲ ਦਾ ਹੋ ਗਿਆ ਤੇ ਛੋਟੇ ਨੂੰ ਵਿਸਾਖੀ ਤੋਂ 10ਵਾਂ ਲੱਗ ਜੂ। ਕੰਮ ਕਰਦੀ ਰਹੀ ਤੇ ਮੇਰੇ ਸਵਾਲਾਂ ਦੇ ਜਵਾਬ ਦਿੰਦੀ ਰਹੀ। ਮੈਂ ਅੰਮ੍ਰਿਤਾ ਤੋਂ ਪੁੱਛਿਆ, ਤੂੰ ਇੰਨੇ ਕੁਝ ਝੱਲ ਕੇ ਹਰੇਕ ਨਾਲ ਕਿਵੇਂ ਖੁਸ਼ੀ ਨਾਲ ਗੱਲ ਕਰ ਲੈਂਦੀ ਐ? ਤਾਏ ਨਾਲ ਰਹਿਣਾ ਨਰਕ ਤੋਂ ਘੱਟ ਨਹੀਂ। ਤੇਰੇ ਦੁੱਖ ਦੀ ਭਣਕ ਕਿਸੇ ਨੂੰ ਨਹੀਂ ਪੈਂਦੀ ਤੇ ਮੈਂ ਤੇਰੀ ਕੋਈ ਨਾ ਕੋਈ ਮਦਦ ਕਰਨੀ ਐ। ਤੂੰ ਸਮਾਂ ਕੱਢ ਕੇ ਮੈਨੂੰ ਮਿਲੀ। ਅਜੇ ਮੈਂ ਬਹੁਤ ਕੁਝ ਕਹਿਣਾ ਸੀ, ਇੰਨੇ ਨੂੰ ਮਾਂ ਆ ਗਈ ਤੇ ਬੋਲੀ, ਚੱਲ ਆ ਜਾ ਘਰ ਚੱਲੀਏ, ਬਹੁਤ ਕੰਮ ਨੇ। ਤੂੰ ਜਾਗਰ ਦੀ ਘਰਵਾਲੀ ਕੋਲ ਕੀ ਕਰ ਰਹੀ ਸੀ? ਇਹ ਸਦੈਨ ਨੇ ਤਾਂ ਸਾਰਾ ਦਿਨ ਹੱਸਦੀ ਰਹਿੰਦੀ ਐ। ਮੈਨੂੰ ਤੁਰਨ ਦਾ ਇਸ਼ਾਰਾ ਕਰਦੀ ਮਾਂ ਅੰਮ੍ਰਿਤਾ ਨੂੰ ਬੋਲੀ, ਜਾਗਰ ਦੀ ਸਦੈਣੇ ਕੰਮ ਕਰ, ਸਾਰਾ ਐਵੇਂ ਗੱਲਾਂ ਨਾ ਮਾਰੀ ਜਾਈ। ਅਗਲੇ ਨੇ ਪੈਸੇ ਕੰਮ ਦੇ ਦੇਣੇ ਨੇ, ਗੱਲਾਂ ਦੇ ਨਹੀਂ। ਅੰਮ੍ਰਿਤਾ ਚੁੱਪਚਾਪ ਸਿਰ ਹਾਂ ਵਿੱਚ ਹਿਲਾ ਕੇ ਕੰਮ ਕਰਨ ਲੱਗ ਰਹੀ ਹੈ। ਮੈਂ ਘਰ ਆ ਸੋਚਦੀ ਰਹੀ, ਕਿਸੇ ਦੇ ਚਿਹਰੇ ਤੋਂ ਉਸਦੀ ਤਕਲੀਫਾਂ ਦਾ ਪਤਾ ਹੀ ਨਹੀਂ ਲੱਗਦਾ। ਮੈਂ ਉਸਨੂੰ ਕੁਝ ਹੋਰ ਸਮਝਦੀ ਰਹੀ, ਉਹ ਕੁਝ ਹੋਰ ਸੀ। ਮੈਂ ਮਾਂ ਨਾਲ ਵੀ ਉਸ ਬਾਰੇ ਗੱਲ ਕਰਨੀ ਚਾਹੀ, ਪਰ ਮਾਂ ਨੇ ਬਸ ਇਹ ਕਹਿ ਕੇ ਟਾਲਤਾ, ਕਿਉਂ ਸਦੈਣੇ ਨਾਲ ਸਦੈਣ ਹੋਈ ਐ? ਤੂੰ ਆਪਣਾ ਕੰਮ ਕਰ, ਉਸਨੂੰ ਆਪਣਾ ਕੰਮ ਕਰਨ ਦੇ। ਮੈਂ ਫਿਰ ਵੀ ਉਸਦੇ ਬਾਰੇ ਵਿੱਚ ਸੋਚਦੀ ਰਹੀ। ਸ਼ਾਮ ਦੇ ਵੇਲੇ ਅੰਮ੍ਰਿਤਾ ਸਾਡੇ ਘਰ ਆ ਗਈ। ਉਸ ਵੇਲੇ ਮੰਮੀ ਡੰਗਰਾਂ ਵਾਲੇ ਵਾੜੇ ਵਿੱਚ ਸੀ ਤੇ ਮੈਂ ਉਸਨੂੰ ਸਿੱਧਾ ਆਪਣੇ ਕਮਰੇ ਵਿੱਚ ਲੈ ਗਈ ਤੇ ਉਸਨੂੰ ਪੁੱਛਿਆ ਕਿ ਮੈਂ ਤੇਰੀ ਕਿਵੇਂ ਮਦਦ ਕਰ ਸਕਦੀ ਹਾਂ। ਤਾਏ ਵੱਲੋਂ ਵਿਵਹਾਰ ਸਹੀ ਨਹੀਂ, ਜੇ ਉਹ ਹਾਂ ਕਰੇ ਤਾਂ ਮੈਂ ਉਸਦੀ ਮਦਦ ਕਰ ਸਕਦੀ ਹਾਂ। ਅੰਮ੍ਰਿਤਾ ਬੋਲੀ, ਨਹੀਂ ਮੈਨੂੰ ਕੋਈ ਮਦਦ ਨਹੀਂ ਚਾਹੀਦੀ ਸੀ। ਤੁਸੀਂ ਮੇਰੇ ਅੱਜ ਗੱਲ ਸੁਣੀ, ਮੈਨੂੰ ਮੇਰੇ ਨਾਮ ਤੋਂ ਬੁਲਾਇਆ। ਮੇਰੇ ਬਾਪੂ ਦੇ ਜਾਣ ਤੋਂ ਬਾਅਦ ਅੱਜ ਮੈਨੂੰ ਐਵੇਂ ਲੱਗਿਆ ਮੇਰਾ ਕੋਈ ਹੈ ਜੋ ਮੈਨੂੰ ਮੇਰੇ ਨਾਮ ਤੋਂ ਜਾਣਦਾ ਹੈ। ਮੈਨੂੰ ਤਾਂ ਸਾਰੇ ਪਿੰਡ ਵਾਲੇ ਜਾਗਰ ਅਮਲੀ ਦੀ ਘਰਵਾਲੀ ਜਾਂ ਸਦੈਣ ਕਹਿ ਕੇ ਬੁਲਾਉਂਦੇ ਨੇ। ਤੁਸੀਂ ਜਦੋਂ ਮੇਰਾ ਨਾਮ ਮੇਰੇ ਤੋਂ ਪੁੱਛਿਆ, ਮੈਨੂੰ ਐਵੇਂ ਲੱਗਿਆ ਜਿਵੇਂ ਮੇਰਾ ਕੋਈ ਆਪਣਾ ਹੈ ਇਸ ਪਰਾਈ ਦੁਨੀਆ ਵਿੱਚ। ਤੇਰੇ ਤਾਏ ਨੇ ਵੀ ਇੱਕ ਦਿਨ ਮੈਨੂੰ ਮੇਰੇ ਨਾਮ ਤੋਂ ਨਹੀਂ ਬੁਲਾਇਆ। ਇੰਨੇ ਕਹਿੰਦੇ ਉਸਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਮੈਂ ਕਿਹਾ, ਜਦੋਂ ਮੈਂ ਤੈਨੂੰ ਕੱਲ ਦੇਖਿਆ ਸੀ ਮੈਂ ਨਹੀਂ ਜਾਣਦੀ ਸੀ ਤੁਹਾਡੀ ਜ਼ਿੰਦਗੀ ਬਾਰੇ, ਤੁਹਾਡੇ ਦੁੱਖਾਂ ਬਾਰੇ। ਮੈਨੂੰ ਤਾਂ ਤੁਸੀਂ ਦੁਨੀਆ ਦੇ ਸਭ ਤੋਂ ਖੁਸ਼ ਇਨਸਾਨ ਲੱਗੇ ਸੀ।
ਤੇ ਤੁਹਾਡੇ ਹੱਸਦੇ ਚਿਹਰੇ ਨੇ ਹੀ ਮੈਨੂੰ ਤੁਹਾਡੇ ਨਾਲ ਗੱਲ ਕਰਨ ਲਈ ਮਜਬੂਰ ਕੀਤਾ ਸੀ। ਆਪਣੇ ਹੰਝੂਆਂ ਨੂੰ ਸਾਫ਼ ਕਰਦੀ ਅੰਮ੍ਰਿਤਾ ਬੋਲੀ, ਜੇ ਮੈਂ ਆਪਣਾ ਦੁੱਖ ਚਿਹਰੇ ਤੇ ਰੱਖਾਂ, ਆਪਣੀਆਂ ਤਕਲੀਫਾਂ ਨੂੰ ਦਿਖਾਵਾਂ ਤਾਂ ਕਿਸ ਨੂੰ ਮੇਰੇ ਤੇ ਕੋਈ ਨਹੀਂ ਸੁਣਨ ਵਾਲਾ। ਸਾਰਿਆਂ ਨੂੰ ਹੱਸੇ ਵੰਡਦੀ ਆ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਮੇਰੇ ਅੰਦਰ ਕੁਝ ਭਰਿਆ ਪਿਆ ਹੈ। ਤੁਸੀਂ ਪੁੱਛ ਲਿਆ, ਦਿਲ ਹੌਲਾ ਹੋ ਗਿਆ। ਮੈਨੂੰ ਤਾਂ ਸਾਰੇ ਸਦੈਣ ਹੀ ਕਹਿੰਦੇ ਨੇ। ਜਦੋਂ ਤੁਸੀਂ ਮੈਨੂੰ ਮੇਰੇ ਨਾਮ ਤੋਂ ਪੁਕਾਰਿਆ, ਮੈਨੂੰ ਆਪਣੇ ਹੋਣ ਦਾ ਅਹਿਸਾਸ ਹੋਇਆ। ਫਿਰ ਤੁਸੀਂ ਮੇਰੀ ਫਿਕਰ ਕੀਤੀ। ਮੈਂ ਤੁਹਾਨੂੰ ਦੀਦੀ ਕਹਿ ਸਕਦੀ ਹਾਂ? ਅੰਮ੍ਰਿਤਾ ਮੇਰੇ ਵੱਲ ਦੇਖਦੀ ਹੋਈ ਬੋਲੀ। ਪਰ ਅੰਮ੍ਰਿਤਾ, ਮੈਂ ਤਾਂ ਤੇਰੇ ਤੋਂ ਉਮਰ ਵਿੱਚ ਬਹੁਤ ਛੋਟੀ ਹਾਂ ਤੇ ਰੁਤਬੇ ਵਿੱਚ ਵੀ ਤੂੰ ਤਾਈ ਲੱਗਦੀ ਆ। ਮੇਰੀ। ਤੂੰ ਮੈਨੂੰ ਦੀਦੀ ਨਾ ਕਿਹਾ ਕਰ, ਮੇਰਾ ਨਾਮ ਲੈ ਲਿਆ ਕਰ। ਜੇ ਕਿਸੇ ਦੀ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਦੱਸ ਦੇਵੀਂ। ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਜੀ।